ਮੈਨੂੰ ਕਲਾਸ ਵਿੱਚ ਬਹੁਤ ਜ਼ਿਆਦਾ ਬੱਚੇ ਵੀ ਜਲੀਲ ਕਰਦੇ ਸਨ। ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਲੋਕ ਜਲੀਲ ਕਰਦੇ ਸਨ ਅਤੇ ਕਹਿੰਦੇ ਸਨ। ਅੱਜ ਵੀ ਮੇਰੇ ਪਾਪਾ ਦੀਆਂ ਆਵਾਜ਼ਾਂ ਮੇਰੇ ਅੱਜ ਵੀ ਕੰਨਾਂ ਵਿੱਚ ਗੂੰਜਦੀਆਂ ਹਨ। ਕਿਵੇਂ ਉਹ ਪਿੰਡਾਂ ਵਿੱਚ ਜਾ ਕੇ ਪੈਸੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੇਲੀਅਰ ਕਹਿ ਸਕਦੇ ਹਾਂ, ਸਭ ਦੀ ਜ਼ਿੰਦਗੀ ਦਾ ਸਭ ਤੋਂ ਵੱਡੀ ਗਲਤੀ ਕਹਿ ਸਕਦੇ ਹਾਂ ਕਿ ਮੈਂ ਉਹਨਾਂ ਨਾਲ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰਾ ਗਵਰਨਮੈਂਟ ਜੌਬ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ। ਪਰ ਉਦੋਂ ਇਹ ਗੱਲ ਨਹੀਂ ਪਤਾ ਸੀ 10th ਕਲਾਸ ਤੋਂ ਬਾਅਦ ਜੋ ਪੜ੍ਹਾਈ ਨੂੰ ਛੱਡਣਾ ਚਾਹੁੰਦਾ ਸੀ ਉਹ ਵਾਲਾ ਬੱਚਾ ਕਿੱਦਾਂ ਪੂਰੇ ਪੰਜਾਬ ਦੇ ਬੱਚਿਆਂ ਤੇ ਰਾਜ ਕਰ ਗਿਆ। ਇਹ ਮੈਨੂੰ ਇੱਕ ਸਾਈਡ ਤਾਂ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਸਨ, ਬਹੁਤ ਜ਼ਿਆਦਾ ਮੈਨੂੰ ਸ਼ਰਮਿੰਦਗੀ ਫੀਲ ਕਰਾਉਂਦੇ ਸਨ। ਉਹਨਾਂ ਨੂੰ ਹੈਰਾਨੀ ਹੋਈ ਜਦੋਂ ਮੈਂ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ ਮਨਪ੍ਰੀਤ। ਮੈਂ ਪਿੰਡ ਉਕਸੀ ਸੈਣੀਆਂ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ। ਬਤੌਰ ਅਧਿਆਪਕ ਪਿਛਲੇ 10 ਸਾਲਾਂ ਤੋਂ ਬੱਚਿਆਂ ਨੂੰ ਗਿਆਨ ਦਾ ਪ੍ਰਸ਼ਾਦ ਵੰਡ ਰਿਹਾ ਹਾਂ। ਮੇਰੇ ਬਹੁਤ ਸਾਰੇ ਵਿਦਿਆਰਥੀ ਸਰਕਾਰੀ, ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸੇਵਾਵਾਂ ਦੇ ਰਹੇ ਹਨ। ਮੇਰੇ ਪਰਿਵਾਰ ਵਿੱਚ ਮੇਰੀ ਮਾਤਾ ਜੀ ਤੇ ਮੇਰੇ ਪਿਤਾ ਜੀ ਦੇ ਨਾਲ ਹੀ ਬਹੁਤ 4-5 ਮੈਂਬਰ ਹੋਰ ਸਨ, ਪਰ ਉਹਨਾਂ ਵਿੱਚੋਂ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਸੀ। ਮੇਰੇ ਪਿੰਡ ਦੇ ਸਕੂਲ ਵਿੱਚ ਮੈਂ ਆਪਣੀ 10ਵੀਂ ਕੰਪਲੀਟ ਕੀਤੀ। ਮੈਂ ਆਪਣੇ ਉਸ ਪਿੰਡ ਤੋਂ ਆਂਦਾ ਜਿੱਥੇ ਅੱਜ ਵੀ ਕੋਈ ਬੱਸ ਨਹੀਂ ਆਉਂਦੀ। +2 ਪਾਸ ਕਰਨ ਤੋਂ ਬਾਅਦ ਮੇਰੇ ਲਈ ਬਹੁਤ ਵੱਡੀ ਚੁਣੌਤੀ ਸੀ। ਮੇਰੇ ਪਿਤਾ ਜੀ ਨੂੰ ਲੱਗਦਾ ਸੀ ਕਿ ਇਸ ਦੀ ਪੜ੍ਹਾਈ ਕੰਪਲੀਟ ਹੋ ਗਈ ਹੈ, ਪਰ ਮੇਰੇ ਲਈ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਸੀ। ਦਿਲ ਵਿੱਚ ਹਾਲੇ ਵੀ ਬਹੁਤ ਜ਼ਿਆਦਾ ਤਮੰਨਾ ਸੀ, ਬਹੁਤ ਜ਼ਿਆਦਾ ਪੜ੍ਹਨ ਦੀ, ਪਰ ਸ਼ੁਰੂਆਤ ਕਿੱਥੋਂ ਕਰਾਂ ਇਹ ਨਹੀਂ ਸਮਝ ਆ ਰਿਹਾ ਸੀ। ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ। ਖਾਣ ਨੂੰ ਤਾਂ ਸਾਰਾ ਕੁਝ ਗੁਜ਼ਾਰਾ ਤਾਂ ਚੱਲ ਰਿਹਾ ਸੀ, ਪਰ ਪੈਸੇ ਨਹੀਂ ਸਨ ਕਿ ਹੋਰ ਬਹੁਤ ਅੱਗੇ ਜਾਈਏ ਤੇ ਕਿਵੇਂ ਆਪਣੇ ਕਾਲਜ ਦੇ ਦਾਖਲੇ ਭਰੀਏ, ਕਿੱਦਾਂ ਯੂਨੀਵਰਸਿਟੀ ਦੇ ਦਾਖਲੇ ਭਰੀਏ। ਮੈਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਕਾਲਜ ਮਹਿੰਦਰਾ ਕਾਲਜ ਪਟਿਆਲਾ ਵਿਖੇ BSc ਆਨਰ ਸਕੂਲਸ ਇਨ ਇਕਨੋਮਿਕਸ ਵਿੱਚ ਦਾਖਲਾ ਲਿਆ। ਤੇ ਦਾਖਲਾ ਲੈਣ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੀ ਮੈਰਿਟ ਵਿੱਚ ਨੰਬਰ ਤਾਂ ਬਹੁਤ ਅੱਛੇ ਸਨ, ਪਰ ਮੁਸ਼ਕਿਲ ਇਹ ਆ ਰਹੀ ਸੀ ਕਿ ਮੇਰਾ ਉਹਨਾਂ ਨਾਲ ਕੋਈ ਮੈਚ ਨਹੀਂ ਖਾ ਰਿਹਾ ਸੀ। ਮੇਰੇ ਨਾਲ ਜਿਹੜੇ ਬੱਚੇ ਸੀ ਉਹ CBSE ਅਤੇ ICSE ਦੇ ਬੱਚੇ ਸਨ, ਅਤੇ ਮੈਂ ਪਿੰਡ ਦੇ ਇੱਕ ਛੋਟੇ ਜਿਹੇ ਸਕੂਲ ਤੋਂ ਪੜ੍ਹ ਕੇ ਪੰਜਾਬੀ ਦੇ ਕੰਪੈਰੀਜ਼ਨ ਨੂੰ ਇੰਗਲਿਸ਼ ਵਿੱਚ ਨਹੀਂ ਕਰ ਪਾ ਰਿਹਾ ਸੀ। ਜਿਸ ਦਿਨ ਮੈਂ ਪਹਿਲੇ ਦਿਨ ਆਪਣੀ ਕਲਾਸ ਵਿੱਚ ਗਿਆ ਤਾਂ ਉੱਥੇ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਗਲੋਬਲਾਈਜੇਸ਼ਨ ਚੱਲ ਰਿਹਾ ਸੀ, ਜਿਸ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ, ਕਿਉਂਕਿ ਮੈਂ ਤਾਂ ਪੰਜਾਬੀ ਵਿੱਚ ਵਿਸ਼ਵੀਕਰਨ ਬਾਰੇ ਤਾਂ ਬਹੁਤ ਸਾਰਾ ਪੜ੍ਹਿਆ ਹੋਇਆ ਸੀ, ਪਰ ਮੈਨੂੰ ਗਲੋਬਲਾਈਜੇਸ਼ਨ ਤੇ ਵਿਸ਼ਵੀਕਰਨ ਵਿੱਚ ਫਰਕ ਹੀ ਨਹੀਂ ਪਤਾ ਸੀ ਕਿ ਇਹ ਦੋਨੋਂ ਸੇਮ ਹੀ ਚੀਜ਼ਾਂ ਹਨ। ਮੈਨੂੰ ਕਲਾਸ ਵਿੱਚ ਬਹੁਤ ਜ਼ਿਆਦਾ ਬੱਚੇ ਵੀ ਜਲੀਲ ਕਰਦੇ ਸਨ। ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਲੋਕ ਜਲੀਲ ਕਰਦੇ ਸਨ ਅਤੇ ਕਹਿੰਦੇ ਸਨ ਕਿ ਤੂੰ ਆਪਣੇ ਪਿੰਡ ਉਕਸੀ ਸੈਣੀਆਂ ਹੀ ਵਾਪਸ ਚਲਾ ਜਾ, ਕਿਉਂਕਿ ਤੂੰ BSc ਆਨਰ ਸਕੂਲ ਇਨ ਇਕਨੋਮਿਕਸ ਵਿੱਚ ਦਾਖਲਾ ਤਾਂ ਲੈ ਲਿਆ, ਪਰ ਤੇਰਾ ਬੈਕਗਰਾਉਂਡ ਪੰਜਾਬੀ ਹੈ, ਤੂੰ ਕਿੱਦਾਂ ICSE ਬੋਰਡ ਦੇ ਬੱਚਿਆਂ ਨੂੰ ਕੰਪੀਟ ਕਰੇਗਾ। ਤਾਂ ਇਸ ਨਾਲ ਮੈਂ ਥੋੜਾ ਜਿਹਾ ਉਦਾਸ ਤਾਂ ਹੋ ਜਾਂਦਾ ਸੀ। ਫਿਰ ਮੈਂ ਆਪਣੀ ਤਿਆਰੀ ਨੂੰ ਮੁਕੰਮਲ ਦਿਨ ਰਾਤ ਇੱਕ ਕਰਕੇ ਪੜ੍ਹਿਆ। 3 ਸਾਲ ਮੈਂ ਦਿਨ ਰਾਤ ਇੱਕ ਕਰਕੇ ਪੜ੍ਹਿਆ ਅਤੇ ਉਹ ਦਿਨ ਆ ਗਿਆ ਜਿਸ ਦਿਨ ਸਾਰੇ ਵਿਦਿਆਰਥੀ ਜੋ ਕਿ ਮੈਨੂੰ ਇੱਕ ਸਾਈਡ ਤਾਂ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਸਨ, ਬਹੁਤ ਜ਼ਿਆਦਾ ਮੈਨੂੰ ਸ਼ਰਮਿੰਦਗੀ ਫੀਲ ਕਰਾਉਂਦੇ ਸਨ, ਉਹਨਾਂ ਨੂੰ ਹੈਰਾਨੀ ਹੋਈ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦਾ BSc ਆਨਰ ਸਕੂਲਸ ਇਨ ਇਕਨੋਮਿਕਸ ਦਾ ਗ੍ਰੈਜੂਏਟ ਅਤੇ ਟੌਪਰ ਬਣ ਗਿਆ। ਮਹਿੰਦਰਾ ਕਾਲਜ ਦਾ ਤਾਂ ਮੈਂ 3 ਸਾਲਾਂ ਦਾ ਟੌਪਰ ਸੀ ਹੀ, ਇਸ ਦੇ ਨਾਲ ਹੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ BSc ਆਨਰ ਸਕੂਲਸ ਇਨ ਇਕਨੋਮਿਕਸ ਵਿੱਚ ਵੀ ਟੌਪਰ ਬਣ ਗਿਆ। ਪਰ ਇਸ ਤੋਂ ਬਾਅਦ ਵੀ ਜ਼ਿੰਦਗੀ ਕੋਈ ਸੁਖਾਲੀ ਨਹੀਂ ਸੀ। ਉਸ ਤੋਂ ਬਾਅਦ ਜਦੋਂ ਮੈਂ ਸੋਚਿਆ ਕਿ ਹੁਣ ਮੈਂ ਅੱਗੇ ਕੀ ਕਰਾਂ, ਨਾ ਤਾਂ ਮੇਰੇ ਕੋਲ ਹਲੇ ਵੀ ਕੋਈ ਪੈਸੇ ਸਨ ਕਿ ਮੈਂ ਹੋਰ ਪੜ੍ਹਾਂ। 2016 ਵਿੱਚ ਮੇਰੇ ਅਧਿਆਪਕ ਜੋ ਮੈਥ ਵਾਲੇ ਸਰ ਨੇ ਮੈਨੂੰ ਦੁਬਾਰਾ ਫਿਰ ਕੋਚਿੰਗ ਦਿਲਵਾਈ, ਅਤੇ ਕੋਚਿੰਗ ਦਿਲਵਾਉਣ ਤੋਂ ਬਾਅਦ ਮੇਰਾ ਪੰਜਾਬ ਪਟਵਾਰੀ, ਪੰਜਾਬ ਪੁਲਿਸ, PO, ਕਲਰਕ, SSC ਅਤੇ ਬਹੁਤ ਸਾਰੇ ਅਨੇਕਾਂ ਹੀ ਐਗਜ਼ਾਮ ਫੇਲ ਹੋ ਗਏ, ਜਿਨ੍ਹਾਂ ਦੀ ਮੈਂ ਕਦੇ ਉਮੀਦ ਵੀ ਨਹੀਂ ਲਗਾਈ ਸੀ। ਬੇਸ਼ੱਕ ਮੈਂ ਪੰਜਾਬੀ ਯੂਨੀਵਰਸਿਟੀ ਦਾ ਟੌਪਰ ਤਾਂ ਸੀ, ਪਰ ਇੱਕ ਗਲਤ ਦਿਸ਼ਾ ਵਿੱਚ ਮਿਹਨਤ ਕਰਨੀ, ਇੱਕ ਗਲਤ ਦਿਸ਼ਾ ਵੱਲ ਮਿਹਨਤ ਨੂੰ ਲੈ ਕੇ ਜਾਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੇਲੀਅਰ ਸੀ। ਐਜ਼ ਅ ਰਿਜ਼ਲਟ ਮੇਰੇ 20 ਤੋਂ 25 ਐਗਜ਼ਾਮ ਫੇਲ ਹੋਣ ਤੋਂ ਬਾਅਦ ਜਦੋਂ ਵੀ ਮੈਂ ਪੇਪਰ ਦੇਣ ਜਾਂਦਾ, ਉਸ ਤੋਂ ਬਾਅਦ ਮੇਰੇ ਹੱਥ ਨਿਰਾਸ਼ਾ ਹੀ ਲੱਗਦੀ।
ਪਰ ਮੇਰੇ ਮੰਮੀ ਅਤੇ ਪਾਪਾ ਨੂੰ ਮੇਰੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ। ਬੇਸ਼ੱਕ ਮੇਰੇ ਪਾਪਾ ਇੱਕ ਦਿਹਾੜੀ ਕਰਦੇ ਸਨ, ਅੱਜ ਵੀ ਮੇਰੇ ਪਾਪਾ ਦੀਆਂ ਆਵਾਜ਼ਾਂ ਮੇਰੇ ਅੱਜ ਵੀ ਕੰਨਾਂ ਵਿੱਚ ਗੂੰਜਦੀਆਂ ਹਨ। ਕਿਵੇਂ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਜ਼ਿੰਦਗੀ ਚਲਾਉਂਦੇ ਸਨ ਅਤੇ ਮੈਨੂੰ ਕੋਸ਼ਿਸ਼ ਕਰਦੇ ਸਨ ਕੁਛ ਨਾ ਕੁਛ ਮਦਦ ਕਰਨ ਦੀ, ਕਿ ਮੈਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਸੁਖਾਲਾ ਕਰ ਲਵਾਂ। ਮੈਂ ਵਿਦਿਆਰਥੀਆਂ ਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਮੈਂ 20 ਤੋਂ 25 ਐਗਜ਼ਾਮ ਫੇਲ ਆਪਣੀ ਗਲਤੀਆਂ ਕਾਰਨ ਕੀਤੇ ਸਨ। ਇਸ ਵਿੱਚ ਕਿਸੇ ਵੀ ਅਧਿਆਪਕ ਜਾਂ ਕਿਸੇ ਪੜ੍ਹਾਉਣ ਵਾਲੇ ਦਾ ਕੋਈ ਦੋਸ਼ ਤਾਂ ਨਹੀਂ ਸੀ। ਅੱਗੇ ਸਭ ਤੋਂ ਵੱਡੀ ਚੁਣੌਤੀ ਸੀ 2017 ਦਾ 18 ਦਾ ਉਹ ਟਾਈਮ ਆ ਗਿਆ ਜਦੋਂ ਮੇਰੇ ਪੇਪਰ ਪਾਸ ਹੋਣੇ ਸ਼ੁਰੂ ਹੋ ਗਏ। ਪਰ ਪਾਸ ਹੋਣੇ ਸ਼ੁਰੂ ਤਾਂ ਹੋ ਗਏ ਸੀ ਮੇਰੇ ਪੇਪਰ, ਪਰ ਮੇਰਾ ਦਿਲ ਕਰਦਾ ਸੀ ਕਿ ਮੈਂ ਬੱਚਿਆਂ ਨੂੰ ਉਹ ਗੱਲ ਦੱਸਾਂ ਜੋ ਮੈਂ ਆਪਣੀ ਜ਼ਿੰਦਗੀ 'ਚ ਗਲਤੀਆਂ ਕਰ ਬੈਠਿਆ ਹਾਂ। ਜਿਵੇਂ ਮੇਰੇ 2 ਸਾਲ ਵਿੱਚ ਇੱਕ ਵੀ ਪੇਪਰ ਨਹੀਂ ਪਾਸ ਹੋਇਆ, ਮੇਰਾ ਦਿਲ ਸੀ ਮੈਂ ਉਹ ਸਾਰਾ ਐਕਸਪੀਰੀਅੰਸ ਆਪਣੇ ਵਿਦਿਆਰਥੀਆਂ ਨਾਲ ਸਾਂਝਾ ਕਰ ਲਵਾਂ। ਇੱਕ ਕਿਸੇ ਪ੍ਰਾਈਵੇਟ ਬੰਦੇ ਨਾਲ ਮੈਂ ਪਾਰਟਨਰਸ਼ਿਪ ਵਿੱਚ ਕੰਮ ਸ਼ੁਰੂ ਕੀਤਾ ਤੇ ਉਹ ਪਾਰਟਨਰਸ਼ਿਪ ਵਿੱਚ ਕੰਮ ਸ਼ੁਰੂ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੇਲੀਅਰ ਕਹਿ ਸਕਦੇ ਹਾਂ, ਸਭ ਦੀ ਜ਼ਿੰਦਗੀ ਦਾ ਸਭ ਤੋਂ ਵੱਡੀ ਗਲਤੀ ਕਹਿ ਸਕਦੇ ਹਾਂ ਕਿ ਮੈਂ ਉਹਨਾਂ ਨਾਲ ਕੰਮ ਕੀਤਾ ਅਤੇ ਉਹਨਾਂ ਨੇ ਮੈਨੂੰ ਧੋਖਾ ਦੇ ਦਿੱਤਾ। ਮੇਰੀ ਜ਼ਿੰਦਗੀ ਦੇ ਉਹ 2-3 ਸਾਲਾਂ ਦੀ ਕਮਾਈ ਸਾਰੀ ਉਸ ਬਿਜ਼ਨਸ ਵਿੱਚ ਹੀ ਰੁੜ ਗਈ, ਜਿਸ ਵਿੱਚ ਮੈਂ ਸੋਚਦਾ ਸੀ ਕਿ ਮੈਂ ਬਹੁਤ ਅੱਗੇ ਜਾਵਾਂਗਾ। 5 ਲੱਖ ਰੁਪਏ ਦਾ ਲੋਨ ਮੇਰੇ ਤੇ ਚੜ ਗਿਆ। ਨਾ ਤਾਂ ਮੇਰੇ ਕੋਲ ਘਰ ਸੀ, ਨਾ ਤਾਂ ਮੇਰੇ ਕੋਲ ਕੁਝ ਹੈ ਸੀ ਏਦਾਂ ਦਾ ਜਿੱਥੋਂ ਮੈਂ ਉਸ 5 ਲੱਖ ਦੇ ਕਰਜ਼ੇ ਨੂੰ ਫੁੱਲਫਿਲ ਕਰ ਪਾਵਾਂ। ਲੋਨ ਤਾਂ ਚੜ ਗਿਆ ਸੀ, ਹੁਣ ਸਮਝ ਵੀ ਨਹੀਂ ਆ ਰਿਹਾ ਸੀ ਕਿ ਅੱਗੇ ਮੈਂ ਕੀ ਕਰਾਂ। 2019 ਕਰੋਨਾ ਵਾਇਰਸ ਤੋਂ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਦਾ ਤਾਂ ਪਹਾੜ ਹੀ ਟੁੱਟ ਗਿਆ ਸੀ। ਮੈਂ ਫੇਰ ਦੁਬਾਰਾ 8x8 ਦੇ ਕਮਰੇ ਵਿੱਚ ਦੁਬਾਰਾ ਫਿਰ 2-4 ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। 2 ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਉਹ 2 ਬੱਚਿਆਂ ਨੂੰ ਮੈਂ ਇੰਨੀ ਤਸ਼ੱਦਦ ਅਤੇ ਮਿਹਨਤ ਨਾਲ ਪੜ੍ਹਾਇਆ ਕਿ ਉਹਨਾਂ ਨੂੰ 1 ਜਾਂ 2 ਮਹੀਨੇ ਤੋਂ ਬਾਅਦ ਹੀ ਸਫਲਤਾ ਹਾਸਿਲ ਹੋ ਗਈ। ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਦੀਆਂ ਅਸਾਮੀਆਂ ਨਿਕਲੀਆਂ। 2021 ਵਿੱਚ ਅਤੇ 22 ਵਿੱਚ ਬਹੁਤ ਸਾਰੀਆਂ ਅਸਾਮੀਆਂ ਪੰਜਾਬ ਸਰਕਾਰ ਨੇ ਕੱਢ ਦਿੱਤੀਆਂ ਸਨ। ਇਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਅੱਛਾ ਪੁਆਇੰਟ ਸੀ। ਇੱਕ ਸਾਈਡ ਤਾਂ ਮੇਰੀ 8x8 ਦੀ ਦੁਕਾਨ ਵਧੀਆ ਚੱਲ ਰਹੀ ਸੀ, ਪਰ ਦੁਕਾਨ ਚੱਲਣ ਦੇ ਨਾਲ ਮੇਰੇ ਕੋਲ ਵਿਦਿਆਰਥੀ ਵੀ ਆਉਣੇ ਸ਼ੁਰੂ ਹੋ ਗਏ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ 2 ਬੱਚਿਆਂ ਤੋਂ ਕਦੋਂ 20 ਤੋਂ 200, 200 ਤੋਂ 2000 ਤੱਕ ਬੱਚੇ ਮੇਰੇ ਕੋਲ ਪੜ੍ਹਨੇ ਸ਼ੁਰੂ ਹੋ ਗਏ। ਅੱਜ ਮੈਂ ਬੜੇ ਮਾਣ ਨਾਲ ਇਹ ਗੱਲ ਨੂੰ ਕਹਿ ਸਕਦਾ ਕਿ ਮੇਰੇ ਕੋਲ ਜਿੰਨੇ ਵੀ ਵਿਦਿਆਰਥੀ ਮੇਰੇ ਤੋਂ ਪੜ੍ਹ ਕੇ ਗਏ ਹਨ, ਉਹ ਅੱਛੀਆਂ ਥਾਵਾਂ ਤੇ ਕਾਮਯਾਬ ਹੋ ਰਹੇ ਸਨ। ਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਮੇਰੀ 8x8 ਦੀ ਦੁਕਾਨ ਕਦੋਂ ਮੇਰਾ ਇੱਕ ਐਡਾ ਵੱਡਾ ਕੋਚਿੰਗ ਸੈਂਟਰ ਬਣ ਗਿਆ ਕਿ ਪੂਰਾ ਰਾਜਪੁਰਾ ਤੇ ਕੀ ਮੈਨੂੰ ਪੂਰਾ ਪੰਜਾਬ ਹੀ ਜਾਣਨ ਲੱਗ ਪਿਆ। ਅਤੇ ਉਹ ਉਕਸੀ ਸੈਣੀਆਂ ਤੋਂ 10th ਕਲਾਸ ਤੋਂ ਬਾਅਦ ਜੋ ਪੜ੍ਹਾਈ ਨੂੰ ਛੱਡਣਾ ਚਾਹੁੰਦਾ ਸੀ, ਉਹ ਵਾਲਾ ਬੱਚਾ ਕਿੱਦਾਂ ਪੂਰੇ ਪੰਜਾਬ ਦੇ ਬੱਚਿਆਂ ਤੇ ਰਾਜ ਕਰ ਗਿਆ, ਇਹ ਮੈਨੂੰ ਖੁਦ ਵੀ ਅੱਜ ਤੱਕ ਨਹੀਂ ਸਮਝ ਆਇਆ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਨਾਲ ਜੋੜਨਾ ਚਾਹੁੰਦਾ ਸੀ ਕਿ ਜਦੋਂ ਮੈਂ 2016 ਤੋਂ ਬਾਅਦ PSSB ਕਲਰਕ, ਪਟਵਾਰੀ, ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਗਜ਼ਾਮ ਦਿੱਤੇ ਅਤੇ ਨਿਰਾਸ਼ਾ ਹਾਸਿਲ ਹੋਈ, ਤਾਂ ਇੱਕ ਵਾਰ ਤਾਂ ਮੈਨੂੰ ਆਪਣੇ ਆਪ ਨੂੰ ਹੀ ਲੱਗਣ ਰਿਹਾ ਸੀ ਕਿ ਸ਼ਾਇਦ ਮੈਂ ਗਵਰਨਮੈਂਟ ਜੌਬ ਲਈ ਬਣਿਆ ਹੀ ਨਹੀਂ ਹਾਂ। ਮੈਂ ਕਿਸੇ ਗਲਤ ਦਿਸ਼ਾ ਵੱਲ ਤਿਆਰੀ ਕਰ ਰਿਹਾ ਹਾਂ ਤੇ ਮੈਨੂੰ ਲੱਗਦਾ ਕਿ ਮੇਰਾ ਪੇਪਰ ਕਦੇ ਵੀ ਪਾਸ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਮੇਰੇ ਨਾਲ ਕੋਚਿੰਗ ਲੈਂਦੇ ਸਨ ਜਾਂ ਫਿਰ ਜਿੰਨੇ ਵੀ ਮੇਰੇ ਨਾਲ ਪੜ੍ਹਦੇ ਸਨ, ਸਾਰੇ ਹੀ ਸਰਕਾਰੀ ਨੌਕਰੀਆਂ ਲੱਗ ਗਏ ਸਨ ਅਤੇ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰਾ ਗਵਰਨਮੈਂਟ ਜੌਬ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ। ਪਰ ਉਦੋਂ ਇਹ ਗੱਲ ਨਹੀਂ ਪਤਾ ਸੀ ਕਿ ਗਵਰਨਮੈਂਟ ਜੌਬ ਲੈਣ ਤੋਂ ਬਾਅਦ ਵੀ ਮੈਂ ਬਹੁਤ ਸਾਰੇ ਬੱਚਿਆਂ ਨੂੰ ਗਿਆਨ ਦਾ ਪ੍ਰਸ਼ਾਦ ਇੱਦਾਂ ਹੀ ਵੰਡਦਾ ਰਹਾਂਗਾ। PSSB ਦਾ ਪੇਪਰ ਤਾਂ ਮੇਰਾ 2 ਸਾਲਾਂ ਤੋਂ ਬਾਅਦ ਕਲੀਅਰ ਹੋਇਆ। ਇਸ ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਪ੍ਰੀਖਿਆਵਾਂ ਨੂੰ ਫੇਲ ਕੀਤਾ ਅਤੇ ਜਾਣਿਆ ਕਿ ਬਹੁਤ ਸਾਰੀਆਂ ਗਲਤੀਆਂ ਮੈਂ ਕਰ ਰਿਹਾ ਹਾਂ ਜੋ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ। ਤੇ ਮੈਂ ਦੱਸਣਾ ਚਾਹੁੰਦਾ ਹਾਂ ਬੱਚਿਆਂ ਨੂੰ ਕਿ ਪਲੀਜ਼ ਬੱਚਿਓ, ਜੇਕਰ ਤੁਸੀਂ ਸਰਕਾਰੀ ਨੌਕਰੀਆਂ ਵਿੱਚ ਆਉਣਾ ਚਾਹੁੰਦੇ ਹੋ ਤਾਂ ਇਸ ਕਰਕੇ ਨਾ ਆਓ ਕਿ ਇਸ ਵਿੱਚ ਬਹੁਤ ਸਾਰੇ ਪੈਸੇ ਹਨ। ਪੈਸੇ ਤਾਂ ਨਹੀਂ ਹਨ, ਹਾਂ ਜ਼ਿੰਦਗੀ ਅੱਛੀ ਚੱਲ ਜਾਵੇਗੀ, ਇੰਨੇ ਕੁ ਪੈਸੇ ਤਾਂ ਤੁਹਾਡੇ ਕੋਲ ਹੋਣਗੇ ਹੀ, ਪਰ ਜੇ ਤੁਸੀਂ ਰੀਅਲ ਆਪਣੇ ਦਿਲ ਤੋਂ ਹੀ ਸਰਕਾਰੀ ਨੌਕਰੀਆਂ ਵਿੱਚ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੇ ਹੋ ਤਾਂ ਹੀ ਤੁਸੀਂ ਤਿਆਰੀ ਕਰੋ। ਜੇਕਰ ਤੁਸੀਂ ਇਹ ਕਰਕੇ ਤਿਆਰੀ ਕਰ ਰਹੇ ਹੋ ਕਿ ਫਲਾਣਾ ਤਿਆਰੀ ਕਰ ਰਿਹਾ ਹੈ ਜਾਂ ਫਿਰ ਫਲਾਣਾ ਤਿਆਰੀ ਕਰ ਰਿਹਾ ਹੈ, ਇਸ ਕਰਕੇ ਤੁਸੀਂ ਆਪਣੀ ਤਿਆਰੀ ਨਾ ਕਰੋ। ਸਭ ਤੋਂ ਇੰਪੋਰਟੈਂਟ 3-4 ਗਲਤੀਆਂ ਜੋ ਮੈਂ ਕੀਤੀਆਂ ਸਨ, ਤੁਸੀਂ ਨਹੀਂ ਕਰਨੀਆਂ, ਤਾਂ ਤੁਹਾਡਾ ਪੇਪਰ ਜੋ ਹੈ ਉਹ ਪਹਿਲੇ ਥੋੜੇ ਜਿਹੇ ਸਮੇਂ ਵਿੱਚ ਹੀ ਪਾਸ ਹੋ ਜਾਵੇਗਾ। ਸਭ ਤੋਂ ਨੰਬਰ 1, ਮੈਂ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਸਲਾਹ ਦੇਵਾਂਗਾ ਕਿ ਜੇਕਰ ਤੁਸੀਂ ਸਰਕਾਰੀ ਨੌਕਰੀਆਂ ਵਿੱਚ ਸੇਵਾਵਾਂ ਦੇਣਾ ਚਾਹੁੰਦੇ ਹੋ
ਤਾਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਫਾਈਨਲ ਕਰੋ ਕਿ ਤੁਸੀਂ ਕਿਹੜੀਆਂ ਨੌਕਰੀਆਂ ਦੇਣਾ ਚਾਹੁੰਦੇ ਹੋ। ਬਹੁਤ ਸਾਰੇ ਮਹਿਕਮੇ, ਬਹੁਤ ਸਾਰੇ ਡਿਪਾਰਟਮੈਂਟ ਤਾਂ ਇੱਦਾਂ ਦੇ ਹਨ ਜੋ ਗ੍ਰੈਜੂਏਸ਼ਨ ਦੇ ਨਾਲ ਹੀ ਗ੍ਰੈਜੂਏਸ਼ਨ ਦੀ ਤਿਆਰੀ ਕਰਨ ਤੋਂ ਬਾਅਦ ਹੀ ਤੁਸੀਂ ਉਹਨਾਂ ਵਿੱਚ ਸੇਵਾਵਾਂ ਦੇ ਸਕਦੇ ਹੋ। ਪਰ ਬਹੁਤ ਸਾਰੇ ਮਹਿਕਮੇ ਇੱਦਾਂ ਦੇ ਹਨ ਜਿਨ੍ਹਾਂ ਲਈ ਇੱਕ ਪਾਰਟੀਕੂਲਰ ਫੀਲਡ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਬੱਚਿਆਂ ਨੂੰ ਦੱਸ ਦੇਵਾਂ ਦੂਸਰੇ ਨੰਬਰ ਤੇ, ਇਹ ਡਿਸਾਈਡ ਕਰੋ ਕਿ ਕਿਹੜੀ ਸਰਕਾਰੀ ਨੌਕਰੀ ਵਿੱਚ ਕਿਹੜਾ ਸਿਲੇਬਸ ਆਉਣਾ ਹੈ। ਮੈਥ ਦਾ ਕਿੰਨਾ ਸਿਲੇਬਸ ਆਉਣਾ ਹੈ, ਰੀਜ਼ਨਿੰਗ ਦਾ ਕਿੰਨਾ ਸਿਲੇਬਸ ਆਉਣਾ ਹੈ, ਜੀਕੇ ਦਾ ਕਿੰਨਾ ਸਿਲੇਬਸ ਆਉਣਾ ਹੈ, ਇੰਗਲਿਸ਼ ਦਾ ਕਿੰਨਾ ਸਿਲੇਬਸ ਆਉਣਾ ਹੈ ਤੇ ਕੰਪਿਊਟਰ ਦਾ ਕਿੰਨਾ ਸਿਲੇਬਸ ਆਉਣਾ ਹੈ। ਮੈਂ ਦੇਖੇ ਹਨ ਬਹੁਤ ਸਾਰੇ ਬੱਚੇ ਜੋ ਇੱਕ ਪਾਰਟੀਕੂਲਰ ਸਬਜੈਕਟ ਤਾਂ ਬਹੁਤ ਅੱਛਾ ਕਰ ਲੈਂਦੇ ਹਨ, ਪਰ ਉਹਨਾਂ ਦਾ ਉਹ ਵਾਲਾ ਚੀਜ਼ਾਂ ਜੋ ਉਹਨੂੰ ਪੇਪਰ ਲਈ ਚਾਹੀਦੀਆਂ ਹਨ ਉਹ ਕੰਪਲੀਟ ਨਹੀਂ ਕਰ ਪਾਉਂਦੇ। ਕੁਝ ਬੱਚਿਆਂ ਦਾ ਮੈਥ ਅੱਛਾ ਹੁੰਦਾ ਪਰ ਉਹਨਾਂ ਦੀ ਰੀਜ਼ਨਿੰਗ ਜਾਂ ਫਿਰ ਕੰਪਿਊਟਰ ਇੰਗਲਿਸ਼ ਨਹੀਂ ਅੱਛਾ ਹੁੰਦਾ। ਕੁਝ ਬੱਚਿਆਂ ਦਾ ਇੰਗਲਿਸ਼ ਜਾਂ ਕੰਪਿਊਟਰ ਅੱਛਾ ਹੁੰਦਾ, ਉਹਨਾਂ ਦਾ ਦੂਜਾ ਨਹੀਂ ਅੱਛਾ ਹੁੰਦਾ। ਉਸ ਤੋਂ ਬਾਅਦ ਤੁਸੀਂ ਰਿਵੀਜ਼ਨ ਕਰੋ। ਜਿੰਨੇ ਟਾਈਮ ਵੀ ਤੁਸੀਂ ਉਹਨਾਂ ਤੋਂ ਪੜ੍ਹੇ ਹੋ, ਪੜ੍ਹਨ ਤੋਂ ਬਾਅਦ ਜੋ ਵੀ ਤੁਹਾਡੇ ਅਧਿਆਪਕ ਨੇ ਤੁਹਾਨੂੰ ਕਰਵਾਇਆ ਹੈ ਉਸ ਨੂੰ ਘਰੇ ਜਾ ਕੇ ਚੰਗੀ ਤਰ੍ਹਾਂ ਤਿਆਰ ਕਰੋ। ਤਿਆਰ ਕਰਨ ਤੋਂ ਬਾਅਦ ਮੈਂ ਇਹ ਗੱਲ ਆਪਣੇ ਅਨੁਭਵ ਨਾਲ ਕਹਿ ਸਕਦਾ ਹਾਂ, ਜੇਕਰ ਤੁਸੀਂ ਆਪਣੀ ਤਿਆਰੀ ਬਿਲਕੁਲ ਕੰਪਲੀਟ ਕਰ ਲਈ ਹੈ ਤੇ ਉਸ ਤੋਂ ਬਾਅਦ ਡਿਸਾਈਡ ਕਰੋ ਅਤੇ ਪਤਾ ਕਰੋ ਕਿ ਤੁਹਾਡਾ ਪੇਪਰ ਕਦੋਂ ਹੈ। ਜੇ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਪੇਪਰ ਕਦੋਂ ਹੈ, ਉਸ ਤੋਂ ਤਕਰੀਬਨ 30 ਤੋਂ 35 ਦਿਨ ਪਹਿਲਾਂ ਸਿਰਫ ਮੌਕ ਟੈਸਟ ਦੀ ਰਿਵੀਜ਼ਨ ਕਰੋ। ਜੇ ਤੁਸੀਂ 40 ਤੋਂ 45 ਮੌਕ ਟੈਸਟ ਲਗਾ ਲਵੋਗੇ ਤਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਕਿਸੇ ਸਰਕਾਰੀ ਨੌਕਰੀ ਦਾ ਪੇਪਰ ਕਲੀਅਰ ਨਾ ਕਰਵਾਓ। ਅਖੀਰ ਵਿੱਚ ਮੈਂ ਸਾਰੇ ਬੱਚਿਆਂ ਨੂੰ ਇਹੀ ਸੁਨੇਹਾ ਲਗਾਉਂਦਾ ਹਾਂ ਕਿ ਪੜ੍ਹਨ ਤੋਂ ਬਾਅਦ, ਰਿਵੀਜ਼ਨ ਕਰਨ ਤੋਂ ਬਾਅਦ ਮੌਕ ਟੈਸਟ ਨੂੰ ਜ਼ਰੂਰ ਤਵੱਜੋ ਦਿਵੋ। ਜੋ ਗਲਤੀਆਂ ਮੈਂ ਜ਼ਿੰਦਗੀ ਵਿੱਚ ਕੀਤੀਆਂ ਉਹ ਤੁਸੀਂ ਨਾ ਕਰੋ। ਅਖੀਰ ਵਿੱਚ ਮੈਂ ਜੋਸ਼ ਟਾਕ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਜਿਹੇ ਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣੀ ਕਹਾਣੀ ਤੁਹਾਡੇ ਨਾਲ ਸੁਣਾ ਜਾਵਾਂ। ਧੰਨਵਾਦ। ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇੰਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ 'ਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣਨ ਦਾ ਮੌਕਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।